ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 344 ਤੋਂ ਲੈ ਕੇ 345 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਦਸਵੀਂ ਦਹਿਦਿਸ ਹੋਏ ਆਨੰਦ, ਛੂਟੈ ਪਰਮ ਮਿਲੈ ਗੋਬਿੰਦ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ 10ਵੀਂ ਤਿੱਥ ਵਾਲੇ ਦਿਨ ਜੇ ਜੀਵ ਆਪਣੇ ਮਨ ਨੂੰ, ਜੋ ਚਾਰੇ ਪਾਸੇ ਦਸੀਂ ਪਾਸੇ ਘੁੰਮਦਾ, ਉਹਨੂੰ ਕਹਿੰਦੇ ਰੋਕ ਕੇ ਰੱਖਦਾ ਤੇ ਪਰਮਾਤਮਾ ਦਾ ਨਾਮ ਜਪਦਾ, ਫਿਰ ਉਹਦੇ ਕਹਿੰਦੇ ਸਾਰੇ ਭਰਮ ਖਤਮ ਹੋ ਜਾਂਦੇ ਨੇ ਤੇ ਉਹਦਾ ਮਨ ਆਨੰਦ ਵਿੱਚ ਰਹਿੰਦਾ ਹੈ। ਜੋਤ ਸਰੂਪੀ ਤਤ ਅਨੂਪ, ਅਮਲ ਨ ਮਲਨ ਸ਼ਾਹ ਨਹੀਂ ਧੂਪ। ਕਹਿੰਦੇ ਫਿਰ ਉਹ ਉਸ ਪਰਮਾਤਮਾ ਨੂੰ ਮਿਲ ਲੈਂਦਾ, ਉਹਦੇ ਨਾਲ ਉਹਦਾ ਮਿਲਾਪ ਹੋ ਜਾਂਦਾ। ਉਹ ਪਰਮਾਤਮਾ ਕਹਿੰਦੇ ਜੋ ਹਮੇਸ਼ਾ ਹੀ ਜੋਤ ਸਰੂਪ ਹੈ, ਨਿਰਾ ਚਾਨਣ ਹੀ ਚਾਨਣ ਹੈ, ਸਭ ਦਾ ਮੁੱਢ ਹੈ, ਔਰ ਜਿਹਦੇ ਵਰਗਾ ਸੁੰਦਰ ਕੋਈ ਸੰਸਾਰ 'ਤੇ ਹੈ ਨਹੀਂ। ਉਹਨੂੰ ਕਹਿੰਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਅਗਿਆਨਤਾ ਦਾ ਹਨੇਰਾ ਨਹੀਂ ਲੱਗਦਾ ਹੈਗਾ, ਕਹਿੰਦੇ ਨਾ ਹੀ ਉਹਨੂੰ ਕੋਈ ਤ੍ਰਿਸ਼ਨਾ ਦੀ ਅੱਗ ਪਾਉਂਦੀ ਹੈ। ਏਕਾਦਸੀ ਏਕ ਦਿਸ ਤਾਵੈ, ਤੋ ਜੋਨੀ ਸੰਕਟ ਬਹੁਰ ਨ ਆਵੈ। ਕਹਿੰਦੇ ਇਕਾਦਸੀ ਵਾਲੇ ਦਿਨ ਕਹਿੰਦੇ ਕਹਿੰਦੇ ਮਤਲਬ ਇਕਾਦਸੀ ਵਾਲੀ ਤਿੱਥ ਇਹ ਕਹਿ ਰਹੀ ਆ ਕਿ ਜੇ ਜੀਵ ਇਕਾਦਸੀ ਵਾਲੇ ਦਿਨ ਉਸ ਇੱਕ ਪਰਮਾਤਮਾ ਦਾ ਨਾਮ ਜਪੇ, ਫਿਰ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਤੋਂ ਬਚ ਜਾਂਦਾ ਹੈ। ਸੀਤਲ ਨਿਰਮਲ ਭਿਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ। ਫਿਰ ਕਹਿੰਦੇ ਜਿਹੜਾ ਜੀਵ ਉਹਦਾ ਨਾਮ ਜਪਦਾ ਹੈ, ਕਹਿੰਦਾ ਉਹਦਾ ਜਿਹੜਾ ਹੈਗਾ ਮਨ ਤੇ ਸਰੀਰ ਨਿਰਮਲ ਹੋ ਜਾਂਦੇ ਨੇ ਪਰਮਾਤਮਾ ਦਾ ਨਾਮ ਜਪ ਕੇ, ਕਿਉਂਕਿ ਉਹ ਪਰਮਾਤਮਾ ਜਿਹਨੂੰ ਦੂਰ ਸਮਝਿਆ ਜਾਂਦਾ ਸੀ ਉਹਨੂੰ ਨੇੜੇ ਪਾ ਲੈਂਦਾ ਹੈ। ਬਾਰਸ ਬਾਰੈ ਊਗਵੈ ਸੂਰ, ਅਹਨਸ ਬਾਜੇ ਅਨਹਦ ਤੂਰ। ਫਿਰ ਕਹਿੰਦੇ ਨਾਮ ਜਪਣ ਵਾਲੇ ਦੀ 12ਵੀਂ ਤਿਥੀ ਨੂੰ ਉਹਦੇ ਲਈ ਕਹਿੰਦੇ ਜਿਸ ਤਰ੍ਹਾਂ 12 ਸੂਰਜ ਚੜ੍ਹ ਗਏ, ਇਸ ਤਰ੍ਹਾਂ ਕਿ ਪਰਮਾਤਮਾ ਦੇ ਚਾਨਣ ਦਾ ਪ੍ਰਕਾਸ਼ ਹੋ ਜਾਂਦਾ, ਉਹਦੀ ਜਿਹੜੀ ਹੈਗਾ ਆਤਮਿਕ ਜੀਵਨ ਚਮਕ ਉੱਠਦਾ ਹੈ। ਉਹਨੂੰ ਅੰਦਰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਇੱਕ ਸਾਰ ਲਗਾਤਾਰ, ਜਿਸ ਤਰ੍ਹਾਂ ਕੋਈ ਬੀਣਾ ਵੱਜ ਰਹੀ ਆ, ਉਹਦੇ ਅੰਦਰ ਇਸ ਤਰ੍ਹਾਂ ਜਾਪ ਚੱਲਦਾ ਹੈ। ਦੇਖਿਆ ਤਿਹੂ ਲੋਕ ਕਾ ਪਿਓ, ਅਚਰਜ ਪਿਆ ਜੀਵ ਤੇ ਸਿਓ। ਫਿਰ ਕਹਿੰਦੇ ਉਹਦਾ ਸਿਮਰਨ ਕਰਨ ਵਾਲਾ ਉਸ ਪਰਮਾਤਮਾ ਦਾ ਦੀਦਾਰ ਕਰ ਲੈਂਦਾ ਜੋ ਤਿੰਨਾਂ ਭਵਨਾਂ ਦਾ ਪਿਤਾ ਹੈ। ਕਹਿੰਦੇ ਉਸ ਜੀਵ ਦੇ ਨਾਲ ਇੱਕ ਅਚਰਜ ਖੇਡ ਇਹ ਵਾਪਰਦੀ ਆ, ਜਿਹੜਾ ਉਹ ਇੱਕ ਸਧਾਰਨ ਜੀਵ ਸੀ, ਉਹਨੇ ਪਰਮਾਤਮਾ ਦਾ ਨਾਮ ਜਪਿਆ, ਫਿਰ ਉਹ ਪਰਮਾਤਮਾ ਦਾ ਸਰੂਪ ਹੀ ਬਣ ਗਿਆ, ਕਿਉਂਕਿ ਉਹਦੇ ਅੰਦਰੋਂ ਸਾਰੀ ਵਿਕਾਰਾਂ ਦੀ ਮੈਲ ਖਤਮ ਹੋ ਗਈ, ਉਹਦੇ ਅੰਦਰ ਬਾਣੀ ਇੱਕ ਰਸ ਚੱਲਣ ਲੱਗ ਗਈ, ਉਹਦਾ ਮਨ ਤੇ ਸਰੀਰ ਨਿਰਮਲ ਹੋ ਗਿਆ, ਉਹਨੂੰ ਪਰਮਾਤਮਾ ਅੰਗ ਸੰਗ ਦਿਸ ਪਿਆ। ਤੇਰਸ ਤੇਰੈ ਅਗੰਮ ਬਖਾਣ, ਅਰਧ ਉਰਧ ਵਿੱਚ ਸਮ ਪਹਿਚਾਣ। ਕਹਿੰਦੇ 13ਵੀਂ ਤਿਥ ਨੂੰ ਜੋ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਕਹਿੰਦੇ ਉਹ ਸਾਰਿਆਂ ਨੂੰ ਇੱਕ ਸਮਾਨ ਸਮਝ ਲੈਂਦਾ, ਉਹਦੇ ਲਈ ਕੋਈ ਉੱਚਾ ਕੋਈ ਨੀਵਾਂ ਨਹੀਂ ਰਹਿੰਦਾ, ਸਾਰਿਆਂ ਵਿੱਚ ਉਹ ਪਰਮਾਤਮਾ ਨੂੰ ਦੇਖਣ ਲੱਗ ਜਾਂਦਾ। ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ। ਉਹਨੂੰ ਸਾਰੇ ਪਾਸੇ ਉਹ ਪਰਮਾਤਮਾ ਇੱਕ ਸਾਰ ਵਿਆਪਕ ਨਜ਼ਰ ਆਉਣ ਲੱਗ ਜਾਂਦਾ, ਉਹਦੇ ਲਈ ਕੋਈ ਉੱਚਾ ਨੀਵਾਂ ਨਹੀਂ ਰਹਿੰਦਾ, ਉਹਦਾ ਕੋਈ ਮਾਨ ਕਰੇ ਅਪਮਾਨ ਕਰੇ, ਉਹਦੇ ਲਈ ਸਭ ਬਰਾਬਰ ਹੋ ਜਾਂਦਾ। 14 14 ਲੋਕ ਮਜਾਰ, ਰੋਮ ਰੋਮ ਮਹਿ ਬਸੈ ਮੁਰਾਰ।
ਫਿਰ 14ਵੀਂ ਥਿੱਤ 'ਤੇ ਉਹਨੂੰ ਉਹ ਪਰਮਾਤਮਾ ਸਾਰਿਆਂ 'ਚ ਦਿਸਦਾ। ਉਹਨੂੰ ਦਿਸਦਾ ਕਿ ਪਰਮਾਤਮਾ ਜ਼ਰੇ ਜ਼ਰੇ ਵਿੱਚ ਹੈ। ਸਤ ਸੰਤੋਖ ਕਤਰੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਕਹਿੰਦੇ ਆਪਣੇ ਵਿੱਚ ਦਇਆ ਲਿਆਓ, ਦੂਸਰਿਆਂ ਦੀ ਸੇਵਾ ਕਰਨ ਦੀ ਭਾਵਨਾ ਲਿਆਓ। ਸੰਤੋਖ ਕਹਿੰਦੇ ਗ੍ਰਹਿਣ ਕਰੋ, ਉਸ ਪਰਮਾਤਮਾ ਦੀ ਹਮੇਸ਼ਾ ਸਿਫਤ ਸਲਾਹ ਕਰਦੇ ਰਹੋ ਅਤੇ ਉਹਦਾ ਗਿਆਨ ਫਿਰ ਪ੍ਰਾਪਤ ਹੁੰਦਾ। ਜਦੋਂ ਆਪਾਂ ਉਹਦੀ ਸਿਫਤ ਸਲਾਹ ਕਰਦੇ ਹਾਂ, ਉਹਦੇ ਬਾਰੇ ਸੋਝੀ ਆਉਂਦੀ ਆ। ਪੂਨਿਓ ਪੂਰਾ ਚੰਦ ਆਕਾਸ, ਪਸਰੈ ਕਲਾ ਸਹਿਜ ਪ੍ਰਗਾਸ। ਕਹਿੰਦੇ ਪੂਰਨਮਾਸ਼ੀ ਨੂੰ ਜਿਸ ਤਰ੍ਹਾਂ ਚੰਦਰਮਾ ਪੂਰਾ ਹੁੰਦਾ ਆਕਾਸ਼ ਵਿੱਚ, ਉਹਦੀਆਂ ਸਾਰੀਆਂ ਕਲਾ ਪੂਰੀਆਂ ਹੁੰਦੀਆਂ ਨੇ। ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਜੀਵ ਵਾਹਿਗੁਰੂ ਦਾ ਨਾਮ ਜਪਦੇ ਜਾਂਦੇ ਨੇ, ਉਹਦਾ ਸਿਮਰਨ ਕਰਦੇ ਜਾਂਦੇ ਨੇ, ਹੌਲੀ ਹੌਲੀ ਕਹਿੰਦੇ ਉਹਨਾਂ ਦੇ ਵਿੱਚ ਉਸ ਪਰਮਾਤਮਾ ਦੇ ਆਤਮਿਕ ਚਾਨਣ ਦੀਆਂ ਸਾਰੀਆਂ ਕਲਾ ਦਾ ਪ੍ਰਕਾਸ਼ ਹੋ ਜਾਂਦਾ। ਆਦ ਅੰਤ ਮਦ ਹੋਏ ਰਿਹਾ ਥੀਰ, ਸੁਖ ਸਾਗਰ ਮਹਿ ਰਮੈ ਕਬੀਰ। ਆਦ ਅੰਤ ਮਦ ਹੋਏ ਰਿਹਾ ਥੀਰ, ਸੁਖ ਸਾਗਰ ਮਹਿ ਰਮੈ ਕਬੀਰ। ਕਹਿੰਦੇ ਉਹ ਪਰਮਾਤਮਾ ਆਦ ਸ਼ੁਰੂ ਤੋਂ, ਅੰਤ ਅਖੀਰ ਤੇ, ਮੱਧ ਵਿਚਕਾਰ, ਹਰ ਇੱਕ ਸਮੇਂ 'ਤੇ ਪਰਮਾਤਮਾ ਯੁੱਗਾਂ ਦੇ ਮੁੱਢ ਤੋਂ ਤੇ ਅੰਤ ਤੱਕ ਹੁਣ ਹਰ ਇੱਕ ਯੁੱਗ ਦੇ ਵਿੱਚ ਪਰਮਾਤਮਾ ਸਥਿਰ ਹੈ, ਪਰਮਾਤਮਾ ਹੈ। ਫਿਰ ਕਹਿੰਦੇ ਕਬੀਰ ਉਸ ਪਰਮਾਤਮਾ ਨੂੰ ਜੋ ਸੁੱਖਾਂ ਦਾ ਸਾਗਰ ਹੈ, ਉਹਦਾ ਸਿਮਰਨ ਕਰ ਰਿਹਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ। ਹੁਣ 7 ਵਾਰਾਂ ਬਾਰੇ ਗੱਲ ਕਰ ਰਹੇ ਨੇ ਕਬੀਰ ਜੀ। ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੋ ਹਰ ਕਾ ਪਾਵੋ। ਰਹਾਓ। ਕਹਿੰਦੇ ਹਰ ਇੱਕ ਵਾਰ, ਹਰ ਇੱਕ ਵਕਤ, ਜਿਵੇਂ 7 ਵਾਰ ਗਿਣੇ ਗਏ ਨੇ ਨਾ, ਮਤਲਬ ਹਫਤੇ ਦੇ, ਉਹਨਾਂ ਦੀ ਗੱਲ ਕਰਦੇ ਨੇ। ਕਹਿੰਦੇ ਹਰ ਇੱਕ ਵਾਰ ਨੂੰ ਉਸ ਪਰਮਾਤਮਾ ਦੇ ਗੁਣ ਗਾਓ। ਕਹਿੰਦੇ ਉਸ ਸਤਿਗੁਰ ਨੂੰ ਮਿਲ ਕੇ ਜੋ ਪੂਰਾ ਹੈ, ਉਹਦਾ ਨਾਮ ਜਪ ਕੇ ਪਰਮਾਤਮਾ ਦਾ, ਸਤਿਗੁਰ ਦੀ ਸ਼ਰਨ ਵਿੱਚ ਉਹਦਾ ਕਹਿੰਦੇ ਭੇਦ ਪਾ ਲਈਦਾ ਪਰਮਾਤਮਾ ਦਾ, ਉਹਦਾ ਨਾਮ ਜਪ ਕੇ ਉਹਦੇ ਨਾਲ ਨੇੜਤਾ ਪਾ ਲਈਦੀ ਹੈ। ਰਹਾਓ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਬ। ਕਹਿੰਦੇ ਜੋ ਫਿਰ ਐਤਵਾਰ ਨੂੰ ਭਗਤੀ ਆਰੰਭ ਕਰ ਦਿੰਦੇ ਨੇ, ਫਿਰ ਕਹਿੰਦੇ ਉਹ ਆਪਣੇ ਸਰੀਰ ਦੇ ਅੰਦਰ, ਜਿਹੜਾ ਸਰੀਰ ਰੂਪੀ ਕਿਲ੍ਹਾ ਹੈਗਾ, ਇਹਦੇ ਵਿੱਚ ਆਪਣੀਆਂ ਜਿਹੜੀਆਂ ਆਸਾਂ ਨੇ ਉਹਨੂੰ ਥੰਬੀ ਲਾ ਲੈਂਦੇ ਨੇ ਸਿਮਰਨ ਦੀ, ਭਗਤੀ ਦੀ। ਫਿਰ ਆਸਾਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਆਸਾ ਤ੍ਰਿਸ਼ਨਾ। ਅਹਨਸ ਅਖੰਡ ਸੋ ਰਹੀ ਜਾਏ, ਤੋ ਅਨਹਦ ਬੇਣ ਸਹਿਜ ਮਹਿ ਬਾਏ। ਅਹਨਸ ਅਖੰਡ ਸੋ ਰਹੀ ਜਾਏ, ਤੋ ਅਨਹਦ ਬੇਣ ਸਹਿਜ ਮਹਿ ਬਾਏ। ਕਹਿੰਦੇ ਫਿਰ ਜੋ ਦਿਨ ਰਾਤ ਭਗਤੀ ਕਰਦੇ ਨੇ, ਭਗਤੀ ਵਿੱਚ ਕੋਈ ਵਿਘਨ ਨਹੀਂ ਪੈਂਦਾ, ਦਿਨ ਰਾਤ ਭਗਤੀ ਕਰਦੇ ਨੇ, ਉਹਨਾਂ ਦੇ ਅੰਦਰ ਫਿਰ ਕਹਿੰਦੇ ਬਿਨਾਂ ਬਜਾਏ ਇੱਕ ਰਸ, ਕਹਿੰਦੇ ਜਿਵੇਂ ਬਾਂਸਰੀ ਵੱਜ ਰਹੀ ਹੁੰਦੀ ਆ, ਇਸ ਤਰ੍ਹਾਂ ਦਾ ਉਹਨਾਂ ਦੇ ਅੰਦਰ ਸਹਿਜਤਾ ਬਣ ਜਾਂਦੀ ਆ। ਮਤਲਬ ਇੰਨੇ ਰਸ ਵਿੱਚ ਉਹ ਹੋ ਜਾਂਦੇ ਨੇ। ਸੋਮਵਾਰ ਸਸ ਅੰਮ੍ਰਿਤ ਚਰੈ, ਚਾਖਤ ਬੇਗ ਸਗਲ ਬਿਖਰੈ। ਕਹਿੰਦੇ ਫਿਰ ਜੋ ਨਾਮ ਜਪਦੇ ਨੇ ਸੋਮਵਾਰ ਵਾਲੇ ਦਿਨ, ਫਿਰ ਕਹਿੰਦੇ ਜਿਸ ਤਰ੍ਹਾਂ ਚੰਦਰਮਾ ਰੂਪੀ ਜਿਵੇਂ ਸ਼ਾਂਤੀ ਹੁੰਦੀ ਆ, ਅੰਮ੍ਰਿਤ ਦੀ ਵਰਖਾ ਹੁੰਦੀ ਆ, ਜੋ ਕੋਈ ਫਿਰ ਕਹਿੰਦੇ ਉਸ ਅੰਮ੍ਰਿਤ ਦੀ ਵਰਖਾ ਨੂੰ ਕਹਿੰਦੇ ਚੱਖਦੇ ਨੇ। ਫਿਰ ਕਹਿੰਦੇ ਬਹੁਤ ਛੇਤੀ ਹੀ ਉਹਨਾਂ ਦੇ ਸਾਰੇ ਵਿਕਾਰ ਖਤਮ ਹੋ ਜਾਂਦੇ ਨੇ। ਵੇਖ ਹੁੰਦਾ ਵੀ ਝੱਟ ਦੇ ਕੇ ਉਹਨਾਂ ਦੇ ਵਿਕਾਰ ਖਤਮ ਹੋ ਜਾਂਦੇ ਨੇ। ਇਸ ਅੰਮ੍ਰਿਤ ਰੂਪੀ ਜਿਹੜੀ ਵਰਖਾ ਹੈਗੀ ਆ, ਇਹਨੂੰ ਚੱਖਦੇ ਨੇ, ਨਾਮ ਜਪਦੇ ਨੇ। ਬਾਣੀ ਰੋਕਿਆ ਰਹੇ ਦੁਆਰ, ਤੋ ਮਨ ਮਤਵਾਰੋ ਪੀਵਨਹਾਰ।
ਫਿਰ ਕਹਿੰਦੇ ਜਿਹੜੇ ਜੀਵ ਫਿਰ ਸਤਿਗੁਰ ਦੀ ਬਾਣੀ ਨਾਲ ਜੁੜਦੇ ਨੇ ਉਹ ਫਿਰ ਪਰਮਾਤਮਾ ਦੇ ਦਰ 'ਤੇ ਟਿਕੇ ਰਹਿੰਦੇ ਨੇ ਅਤੇ ਉਹਨਾਂ ਦਾ ਮਨ ਫਿਰ ਇਸ ਜਿਹੜਾ ਅੰਮ੍ਰਿਤ ਰੂਪੀ ਵਰਖਾ ਇਹਦਾ ਕਹਿੰਦੇ ਸਵਾਦ ਚੱਖਦੀ ਹੈ। ਜਿਹੜਾ ਮਨ ਆ ਵੀ ਉਹਦੇ ਵਿੱਚ ਮਸਤ ਹੋ ਕੇ ਕਹਿੰਦੇ ਉਸ ਅੰਮ੍ਰਿਤ ਰੂਪੀ ਵਰਖਾ ਦਾ ਸਵਾਦ ਚੱਖਦਾ ਹੈ। ਸਾਰੀਆਂ ਨਾਮ ਜਪਣ ਦੀਆਂ ਗੱਲਾਂ ਨੇ, ਉਹਨੂੰ ਮਤਲਬ ਅਲੱਗ-ਅਲੱਗ ਜਿਸ ਤਰ੍ਹਾਂ ਕਹਿੰਦੇ ਵੀ ਅਲੰਕਾਰ ਕਹਿ ਲਓ, ਉਪਮਾ ਦੇ ਕੇ ਮਤਲਬ ਉਦਾਹਰਨ ਦੇ ਕੇ ਇੱਦਾਂ ਵੀ ਸੋਹਣਾ ਉਹਦਾ ਨਕਸ਼ਾ ਖਿੱਚ ਰਹੇ ਨੇ। ਇਹ ਸਾਰੀਆਂ ਹੈਗੀਆਂ ਵੀ ਉਹਦਾ ਨਾਮ ਜਪਣ ਦੇ ਨਾਲ ਜੋ ਅੰਦਰ ਖੁਸ਼ੀਆਂ ਬਣਦੀਆਂ ਨੇ, ਆਨੰਦ ਬਣਦੇ ਨੇ। ਮੰਗਲਵਾਰੇ ਲੈ ਮਾਹੀਤ, ਪੰਚ ਚੋਰ ਕੀ ਜਾਣੈ ਰੀਤ। ਫਿਰ ਕਹਿੰਦੇ ਜਦੋਂ ਨਾਮ ਜਪਦਿਆਂ ਮੰਗਲਵਾਰ ਵਾਲੇ ਦਿਨ ਉਹ ਇਸ ਨਾਮ ਦੇ ਰਾਹੀਂ ਆਪਣੇ ਸਰੀਰ ਦੇ ਵਿੱਚ ਸਰੀਰ ਦੇ ਆਲੇ ਦੁਆਲੇ ਇੱਕ ਕਿਲ੍ਹਾ ਬਣਾ ਲੈਂਦੇ ਨੇ ਵੀ ਹੁਣ ਇਹਨੂੰ ਕੋਈ ਚੋਰ ਚੋਰੀ ਨਾ ਕਰੇ। ਫਿਰ ਕਹਿੰਦੇ ਉਹ ਆਪਣੇ ਜਿਹੜੇ ਪੰਜੇ ਚੋਰ ਨੇ ਉਹਨਾਂ ਨੂੰ ਕਹਿੰਦੇ ਉਹਨਾਂ ਬਾਰੇ ਸਮਝ ਜਾਂਦੇ ਨੇ ਕਿ ਵੀ ਇਹ ਸਾਡੇ ਅੰਦਰੋਂ ਨਾਮ ਨੂੰ ਚੁਰਾ ਨਾ ਲੈਣ, ਸਾਡੀ ਜਿਹੜੀ ਰਾਸ ਪੂੰਜੀ ਆ। ਮਤਲਬ ਉਹ ਆਪਣੇ ਆਪ ਵਿਕਾਰਾਂ ਤੋਂ ਸੁਚੇਤ ਰਹਿੰਦੇ ਨੇ। ਘਰ ਛੋਡੇ ਬਾਹਰ ਜਿਨ ਜਾਏ, ਨਾ ਤਰ ਖਰਾ ਰਿਸੇ ਹੈ ਰਾਏ। ਫਿਰ ਕਹਿੰਦਾ ਜਿਹੜਾ ਉਹਨਾਂ ਦਾ ਮਨ ਆ ਚੰਚਲ ਨਹੀਂ ਰਹਿੰਦਾ, ਪਰ ਕਹਿੰਦੇ ਜੇ ਮਨ ਚੰਚਲ ਹੋ ਕੇ ਫਿਰ ਘਰ ਛੱਡ ਕੇ ਬਾਹਰ ਜਾਂਦਾ ਫਿਰ ਕਹਿੰਦੇ ਪਰਮਾਤਮਾ ਉਹਨਾਂ 'ਤੇ ਨਾਰਾਜ਼ ਹੁੰਦਾ। ਬੁੱਧਵਾਰ ਬੁੱਧ ਕਰੈ ਪਰਗਾਸ, ਹਿਰਦੈ ਕਮਲ ਮੈਂ ਹਰ ਕਾ ਬਾਸ। ਕਹਿੰਦੇ ਨਾਮ ਜਪਦਿਆਂ ਬੁੱਧਵਾਰ ਵਾਲੇ ਦਿਨ ਉਹਨਾਂ ਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ। ਫਿਰ ਕਹਿੰਦੇ ਉਹ ਦੇਖਦੇ ਨੇ ਕਿ ਹਿਰਦੇ ਕਮਲ ਦੇ ਵਿੱਚ ਤੇ ਪਰਮਾਤਮਾ ਦਾ ਵਾਸ ਆ। ਮਤਲਬ ਨਾਮ ਜਪਦਿਆਂ ਉਹਨਾਂ ਨੂੰ ਇਹ ਸੋਝੀ ਹੋਣ ਲੱਗ ਜਾਂਦੀ ਆ। ਗੁਰ ਮਿਲ ਦੋਊ ਏਕ ਸਮ ਤਰੈ, ਉਰਦ ਪੰਕ ਲੈ ਸੂਧਾ ਕਰੈ। ਗੁਰ ਮਿਲ ਦੋਊ ਏਕ ਸਮ ਤਰੈ, ਉਰਦ ਪੰਕ ਲੈ ਸੂਧਾ ਕਰੈ। ਕਹਿੰਦੇ ਫਿਰ ਜਿਹੜਾ ਜੀਵ ਗੁਰੂ ਦੀ ਸ਼ਰਨ ਲੈ ਕੇ ਆਤਮਾ ਅਤੇ ਪਰਮਾਤਮਾ ਨੂੰ ਇੱਕ ਜਗ੍ਹਾ ਕਰ ਲੈਂਦਾ ਹੈ, ਉਹਦਾ ਕਹਿੰਦੇ ਹਿਰਦੇ ਰੂਪੀ ਜਿਹੜਾ ਕਮਲ ਹੈ ਉਹ ਸਿੱਧਾ ਹੋ ਜਾਂਦਾ, ਉਹ ਮਾਇਆ ਵੱਲੋਂ ਉਲਟ ਕੇ ਪਰਮਾਤਮਾ ਵੱਲ ਲੱਗ ਜਾਂਦਾ। ਬ੍ਰਹਸਪਤ ਬਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਫਿਰ ਕਹਿੰਦੇ ਵੀਰਵਾਰ ਵਾਲੇ ਦਿਨ ਆਪਣੇ ਜਿਹੜੇ ਸਾਰੇ ਵਿਕਾਰ ਨੇ ਉਹਨਾਂ ਨੂੰ ਜਿੱਦਾਂ ਪ੍ਰਵਾਹ ਕਰ ਦਿੰਦਾ, ਕਿ ਜਿਵੇਂ ਜਲ ਪ੍ਰਵਾਹ ਕਰ ਦੇਣਾ। ਫਿਰ ਕਹਿੰਦੇ ਜਿਸ ਤਰ੍ਹਾਂ ਜਿੱਦਾਂ ਕਹਿੰਦੇ ਨੇ ਵੀ ਤਿੰਨ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਇੱਦਾਂ ਵੀ ਫਿਰ ਉਹ ਇਹਨਾਂ ਸਾਰਿਆਂ ਦੇ ਉੱਪਰ ਇੱਕ ਪਰਮਾਤਮਾ ਨੂੰ ਦੇਖ ਲੈਂਦਾ। ਤੀਨ ਨਦੀ ਤਹਿ ਤ੍ਰਿਕੁਟੀ ਮਾਹੇ, ਅਹਨਿਸ ਕਸਮਲ ਧੋਵੈ ਨਾਹੇ। ਫਿਰ ਕਹਿੰਦੇ ਜਿਹੜਾ ਜੀਵ ਉਹਦਾ ਜਾਪ ਕਰਦਾ ਜਾਂਦਾ, ਉਹਦਾ ਨਾਮ ਸਿਮਰਦਾ ਜਾਂਦਾ, ਉਹ ਦਸਮ ਦੁਆਰ 'ਚ ਪਹੁੰਚ ਜਾਂਦਾ ਜਿੱਥੇ ਈੜਾ ਪਿੰਗਲਾ ਸੁਖਮਨਾ ਸਾਰੀਆਂ ਕਹਿੰਦੇ ਇਹਨਾਂ ਨਾੜੀਆਂ ਦਾ ਸੰਗਮ ਹੁੰਦਾ, ਉੱਥੇ ਉਹਦੀ ਕਹਿੰਦੇ ਸੁਰਤ ਪਹੁੰਚ ਜਾਂਦੀ ਆ। ਫਿਰ ਕਹਿੰਦੇ ਉੱਥੇ ਹਰ ਵਕਤ ਉਹ ਆਪਣੇ ਜਿਹੜੇ ਪਾਪ ਨੇ ਉਹਨਾਂ ਨੂੰ ਧੋਣ ਦੀ ਕੋਸ਼ਿਸ਼ ਕਰਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹਦਾ ਇਸ ਤਰ੍ਹਾਂ ਵੀ ਅਰਥ ਹੋ ਸਕਦਾ, ਅਹਨਿਸ ਕਸਮਲ ਧੋਵੈ ਨਾਹੇ। ਤੇ ਫਿਰ ਉਹ ਜਿਸ ਤਰ੍ਹਾਂ ਕਹਿੰਦੇ ਵੀ ਜੇ ਉਹ ਨਹੀਂ ਧੋਂਦਾ ਆਪਣੇ ਪਾਪ, ਉੱਥੇ ਜਿੱਥੇ ਦਸਮ ਦੁਆਰ ਦੇ ਵਿੱਚ ਤਿੰਨੇ ਈੜਾ ਪਿੰਗਲਾ ਤੇ ਸੁਖਮਨਾ ਇਕੱਠੀਆਂ ਹੁੰਦੀਆਂ ਨੇ, ਜੇ ਉਹ ਆਪਣੇ ਉੱਥੇ ਪਾਪ ਨਹੀਂ ਧੋਂਦਾ, ਇਹ ਵੀ ਹੋ ਸਕਦਾ। ਪਰ ਜੇ ਆਪਾਂ ਇਹਨੂੰ ਨਾਹੇ ਨੂੰ ਲਈਏ ਵੀ ਉੱਥੇ ਹਰ ਵਕਤ ਜਿਵੇਂ ਨਹਾਉਣ ਕਰਦਾ ਹੈ ਤਾਂ ਉਹ ਆਪਣੇ ਉੱਥੇ ਪਾਪ ਧੋ ਲੈਂਦਾ ਹੈ। ਇੱਥੇ ਮੇਰੇ ਖਿਆਲ 'ਚ ਨਾਹੇ ਦਾ ਅਰਥ ਨਹਾਉਣ ਲਿਆ ਹੋ ਜਾਏਗਾ, ਕਿ ਮਤਲਬ ਉਹ ਇੱਥੇ ਇਸ ਤਰ੍ਹਾਂ ਦਾ ਨਹਾਉਣ ਕਰਦਾ ਕਿ ਹਰ ਵਕਤ ਦਿਨ ਰਾਤ ਆਪਣੇ ਪਾਪ ਧੋਂਦਾ ਜਾਪ ਕਰਕੇ। ਸੁਕਿਰਤ ਸਹਾਰੇ ਸੋ ਇਹ ਬ੍ਰਤ ਚੜ੍ਹੈ, ਅਨ ਦਿਨ ਆਪ ਸਿਉ ਲੜੈ। ਫਿਰ ਕਹਿੰਦੇ ਉਹ ਚੰਗੇ ਕੰਮ ਕਰੇ,
ਜੇ ਚੰਗੇ ਕੰਮ ਕਰਦਾ ਫਿਰ ਕਹਿੰਦੇ ਉਹਦਾ ਇਹ ਜਿਵੇਂ ਕਹਿੰਦੇ ਨੇ ਨਾ ਕਿ ਵੀ ਵਰਤ ਕਰਕੇ ਕੁਛ ਲਾਭ ਖੱਟਦੇ ਨੇ। ਫਿਰ ਕਹਿੰਦੇ ਵੀ ਉਹ ਜੇ ਕੋਈ ਚੰਗੇ ਕੰਮ ਕਰਦਾ ਫਿਰ ਉਹਦਾ ਇਹ ਵਰਤ ਸਿਰੇ ਚੜ੍ਹਦਾ ਕਿ ਉਹ ਆਪਣੇ ਅੰਦਰ ਆਪਣੇ ਆਪੇ ਨਾਲ ਵਿਕਾਰਾਂ ਨੂੰ ਖਤਮ ਕਰਨ ਦੀ ਲੜਾਈ ਕਰਦਾ ਹੈ। ਸੁਰਖੀ ਪਾਂਚੋ ਰਾਖੈ ਸਬੈ, ਤੋ ਦੂਜੀ ਦ੍ਰਿਸ਼ਟ ਨ ਪੈਸੇ ਕਬੈ। ਕਹਿੰਦੇ ਜਦੋਂ ਉਹ ਆਪਣੇ ਪੰਜਾਂ ਗਿਆਨ ਇੰਦਰੀਆਂ ਨੂੰ ਕਹਿੰਦੇ ਕਾਬੂ ਵਿੱਚ ਰੱਖਦਾ, ਫਿਰ ਕਹਿੰਦੇ ਜਿਹੜੀ ਉਹਦੀ ਦ੍ਰਿਸ਼ਟੀ ਆ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਪਾਸੇ ਨਹੀਂ ਜਾਂਦੀ, ਮਤਲਬ ਮਾਇਆ ਵੱਲ ਵਿਕਾਰਾਂ ਵੱਲ ਨਹੀਂ ਜਾਂਦੀ। ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵੱਟੀ ਘਟ ਮਹਿ ਜੋਏ। ਫਿਰ ਕਹਿੰਦੇ ਉਹ ਆਪਣੇ ਮਨ ਨੂੰ ਕਹਿੰਦੇ ਸਥਿਰ ਕਰਕੇ ਰੱਖਦਾ ਹੈ। ਇਸ ਤਰ੍ਹਾਂ ਕਹਿੰਦੇ ਜਦੋਂ ਆਪਣੇ ਮਨ ਨੂੰ ਸਥਿਰ ਕਰਕੇ ਰੱਖਦਾ ਹੈ ਫਿਰ ਕਹਿੰਦੇ ਉਹ ਪਰਮਾਤਮਾ ਦੀ ਜਿਹੜੀ ਜੋਤ ਰੂਪੀ ਵੱਟੀ ਹੈਗੀ ਆ ਸਰੀਰ ਦੇ ਅੰਦਰ, ਕਹਿੰਦੇ ਉਹਨੂੰ ਉਹ ਸੰਭਾਲ ਕੇ ਰੱਖਦਾ ਹੈ। ਬਾਹਰ ਭੀਤਰ ਭਿਆ ਪਰਗਾਸ, ਤਬ ਹੂਆ ਸਗਲ ਕਰਮ ਕਾ ਨਾਸ। ਫਿਰ ਕਹਿੰਦੇ ਜਦੋਂ ਜੀਵ ਨੂੰ ਇਹ ਮਤਲਬ ਸੋਝੀ ਹੋ ਜਾਂਦੀ ਹੈ ਵੀ ਅੰਦਰ ਤੇ ਬਾਹਰ ਉਹ ਪਰਮਾਤਮਾ ਹੀ ਹਰ ਜਗ੍ਹਾ 'ਤੇ ਵਿਆਪਕ ਹੈ, ਫਿਰ ਕਹਿੰਦੇ ਉਹਦੇ ਜਿਹੜੇ ਪੁਰਾਣੇ ਸਾਰੇ ਸੰਸਕਾਰ ਨੇ ਮਾੜੇ, ਕਹਿੰਦੇ ਫਿਰ ਉਹਨਾਂ ਦਾ ਖਾਤਮਾ ਹੋ ਜਾਂਦਾ, ਉਹਦੇ ਜਿੱਦਾਂ ਪਾਪ ਕੱਟੇ ਜਾਂਦੇ ਨੇ। ਜਬ ਲਗ ਘਟ ਮਹਿ ਦੂਜੀ ਆਨ, ਤੋ ਲੋ ਮਹਿਲ ਨ ਲਾਭੈ ਜਾਨ। ਜਦੋਂ ਕਹਿੰਦੇ ਜੀਵ ਦੇ ਅੰਦਰ ਦੂਜੇ ਦਾ ਆਸਰਾ ਰਹਿੰਦਾ ਪਰਮਾਤਮਾ ਨੂੰ ਛੱਡ ਕੇ, ਉਦੋਂ ਤੱਕ ਕਹਿੰਦੇ ਉਹ ਪਰਮਾਤਮਾ ਦਾ ਮਹਿਲ ਆਪਣੇ ਅੰਦਰ ਲੱਭ ਨਹੀਂ ਸਕਦਾ, ਆਪਣੇ ਅੰਦਰ ਹਿਰਦੇ ਵਿੱਚ ਪਰਮਾਤਮਾ ਨੂੰ ਅਨੁਭਵ ਨਹੀਂ ਕਰ ਸਕਦਾ। ਰਮਤ ਰਾਮ ਸਿਉ ਲਾਗੋ ਰੰਗ, ਕਹੇ ਕਬੀਰ ਤਬ ਨਿਰਮਲ ਅੰਗ। ਰਮਤ ਰਾਮ ਸਿਉ ਲਾਗੋ ਰੰਗ, ਕਹੇ ਕਬੀਰ ਤਬ ਨਿਰਮਲ ਅੰਗ। ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਜੀਵ ਨੂੰ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਂਦਾ, ਫਿਰ ਕਬੀਰ ਜੀ ਕਹਿੰਦੇ ਨੇ ਜੀਵ ਪਵਿੱਤਰ ਹੋ ਜਾਂਦਾ, ਉਹਦਾ ਮਨ ਤਨ ਪਵਿੱਤਰ ਹੋ ਜਾਂਦਾ। ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੇਵਾ ਪਾਹਨ ਤਾਰੀਅਲੇ, ਰਾਮ ਕਹਿਤ ਜਨ ਕਸ ਨ ਤਰੇ ਰਹਾਓ। ਕਹਿੰਦੇ ਹੇ ਪਰਮਾਤਮਾ ਜੀ, ਤੁਸੀਂ ਕਹਿੰਦੇ ਉਹ ਪੱਥਰ ਜਿਨ੍ਹਾਂ 'ਤੇ ਰਾਮ ਦਾ ਨਾਂ ਲਿਖਿਆ ਹੋਇਆ ਸੀ ਉਹ ਤਾਰ ਲਏ, ਫਿਰ ਕਹਿੰਦੇ ਜਿਹੜਾ ਤੁਹਾਡਾ ਨਾਮ ਜਪਦਾ ਉਹਨੂੰ ਤੁਸੀਂ ਕਿਵੇਂ ਨਹੀਂ ਤਾਰੋਗੇ, ਮਤਲਬ ਵੀ ਉਹਨਾਂ ਨੂੰ ਤਾਂ ਤੁਸੀਂ ਫਿਰ ਜ਼ਰੂਰ ਤਾਰ ਲਵੋਗੇ ਜਿਹੜਾ ਤੁਹਾਡਾ ਨਾਮ ਜਪਦੇ ਨੇ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਬਿਆਦ ਅਜਾਮਲ ਤਾਰੀਅਲੇ। ਚਰਨ ਬਦਕ ਜਨ ਤੇਊ ਮੁਕਤ ਪਏ, ਹਉ ਬਲ ਬਲ ਜਿਨ ਰਾਮ ਕਹੇ। ਕਹਿੰਦੇ ਹੇ ਪਰਮਾਤਮਾ ਜੀ, ਤੁਸੀਂ ਗਣਕਾ ਨੂੰ ਤਾਰ ਲਿਆ, ਕੁਬਜਾ ਜਿਹਨੂੰ ਕੁੱਬ ਪਿਆ ਸੀ ਉਹਨੂੰ ਕਹਿੰਦੇ ਤੁਸੀਂ ਤਾਰ ਦਿੱਤਾ। ਫਿਰ ਵਿਆਦ ਇੱਕ ਸ਼ਿਕਾਰੀ ਹੋਇਆ ਜਿਹਨੇ ਕ੍ਰਿਸ਼ਨ ਜੀ ਦੇ ਪੈਰਾਂ ਦੇ ਵਿੱਚ ਤੀਰ ਮਾਰਿਆ ਸੀ, ਕਹਿੰਦੇ ਤੁਸੀਂ ਉਹਨੂੰ ਤਾਰ ਲਿਆ। ਅਜਾਮਲ ਕਹਿੰਦੇ ਜਿਹਦਾ ਚਰਿੱਤਰ ਨਹੀਂ ਸੀ ਚੰਗਾ, ਤੁਸੀਂ ਉਹਨੂੰ ਤਾਰ ਲਿਆ। ਤੁਸੀਂ ਕਹਿੰਦੇ ਬੜੇ ਦਿਆਲੂ ਹੋ, ਬੜੇ ਕਿਰਪਾਲੂ ਹੋ, ਕਹਿੰਦੇ ਜੀਵ ਨੂੰ ਕਹਿੰਦੇ ਤਾਰਨ ਦੇ ਸਮਰੱਥ ਹੋ। ਕਹਿੰਦੇ ਜਿਨ੍ਹਾਂ ਨੇ ਵੀ ਤੇਰੇ ਕਹਿੰਦੇ ਚਰਨਾਂ ਦਾ ਆਸਰਾ ਲਿਆ, ਕਹਿੰਦੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਮੁਕਤ ਕਰ ਦਿੱਤਾ। ਕਹਿੰਦੇ ਮੈਂ ਉਹਨਾਂ ਸੇਵਕਾਂ ਤੋਂ ਤੁਹਾਡਿਆਂ ਤੋਂ ਬਲਿਹਾਰੇ ਜਾਨਾ ਜੋ ਤੁਹਾਡਾ ਨਾਮ ਜਪਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਨੇ ਜਿਹੜੇ ਸੇਵਕ ਤੁਹਾਡਾ ਨਾਮ ਜਪਦੇ ਨੇ, ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ।
ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸੁਆਮੂ ਤੇਈ ਤਰੇ। ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸੁਆਮੀ ਤੇ ਉਤਰੇ। ਕਹਿੰਦੇ ਦਾਸੀ ਦਾ ਪੁੱਤਰ ਸੀ ਸੁਦਾਮਾ, ਜੋ ਕ੍ਰਿਸ਼ਨ ਜੀ ਦਾ ਮਿੱਤਰ ਸੀ। ਫਿਰ ਕਹਿੰਦੇ ਤੁਸੀਂ ਬਿਦਰ ਨੂੰ ਵੀ ਤਾਰ ਦਿੱਤਾ। ਫਿਰ ਕਹਿੰਦੇ ਉਗਰਸੈਨ ਸੀ ਕੰਸ ਦਾ ਪਿਤਾ, ਕੰਸ ਨੇ ਆਪਣੇ ਪਿਤਾ ਨੂੰ ਰਾਜ ਤੋਂ ਲਾਹ ਦਿੱਤਾ ਸੀ, ਪਰ ਕ੍ਰਿਸ਼ਨ ਜੀ ਨੇ ਫਿਰ ਕੰਸ ਨੂੰ ਮਾਰ ਕੇ ਉਗਰਸੈਨ ਨੂੰ ਦੁਬਾਰਾ ਰਾਜ ਦਿਵਾਇਆ ਸੀ। ਅਤੇ ਕਹਿੰਦੇ ਤੁਸੀਂ ਸਾਰਿਆਂ ਨੂੰ ਤਾਰ ਦਿੱਤਾ। ਕਹਿੰਦੇ ਜਿਨ੍ਹਾਂ ਨੇ ਜਪ ਵੀ ਨਹੀਂ ਸੀ ਕੀਤਾ, ਤਪ ਨਹੀਂ ਸੀ ਕੀਤਾ, ਜਿਨ੍ਹਾਂ ਦੀ ਕੋਈ ਕੁੱਲ ਨਹੀਂ ਸੀ ਚੰਗੀ, ਕਰਮ ਨਹੀਂ ਸੀ ਚੰਗੇ, ਕਹਿੰਦੇ ਨਾਮਦੇਵ ਦੇ ਜਿਹੜੇ ਸਵਾਮੀ ਪਰਮਾਤਮਾ ਨੇ, ਕਹਿੰਦੇ ਵੀ ਇੰਨੇ ਦਿਆਲੂ ਨੇ ਵੀ ਸਭ ਨੂੰ ਤਾਰ ਦਿੱਤਾ। ਫਿਰ ਕਹਿੰਦੇ ਵੀ ਜਿਹੜਾ ਉਹਦਾ ਨਾਮ ਜਪਦਾ ਉਹਨੂੰ ਕਿਉਂ ਨੂੰ ਤਾਰਨਗੇ, ਉਹਨੂੰ ਤਾਂ ਪੱਕਾ ਹੀ ਤਾਰਨਗੇ, ਕਿਉਂਕਿ ਜਿਨ੍ਹਾਂ ਨੇ ਕੁਛ ਨਹੀਂ ਸੀ ਕੀਤਾ, ਚੰਗੇ ਕਰਮ ਨਹੀਂ ਸੀਗੇ ਜਿਨ੍ਹਾਂ ਦੇ, ਉਹਨਾਂ ਨੂੰ ਵੀ ਤਾਰ ਦਿੱਤਾ। ਫਿਰ ਨਾਮ ਜਪਣ ਵਾਲਿਆਂ ਨੂੰ ਕਿਉਂ ਨਹੀਂ ਤਾਰੂਗਾ? ਨਾਮ ਜਪਣ ਵਾਲਿਆਂ ਨੂੰ ਤਾਂ ਅਵੱਸ਼ ਹੀ ਤਾਰੇਗਾ। ਵਾਹਿਗੁਰੂ ਜੀ ਵਾਹਿਗੁਰੂ। ਰਾਗ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗੁਆਰੇ ਰੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਕਹਿੰਦੇ ਪਰਮਾਤਮਾ ਇੱਕ ਹੈ, ਜਿਸ ਦਾ ਨਾਮ ਸੱਚਾ ਹੈ, ਜੋ ਸਭ ਕੁਝ ਕਰਨਹਾਰ ਹੈ, ਜੋ ਪਰਮਾਤਮਾ ਗੁਰੂ ਦੀ ਕਿਰਪਾ ਸਦਕਾ ਮਿਲਦਾ ਹੈ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਰਹਾਓ। ਹਾਂਜੀ ਸੰਗਤ ਜੀ, ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਪਰਮਾਤਮਾ ਮੈਨੂੰ ਹਰ ਵਕਤ ਸੋਚ ਪਈ ਰਹਿੰਦੀ ਆ ਕਿ ਮੇਰੀ ਸੰਗਤ ਨਹੀਂ ਚੰਗੀ, ਮੇਰੇ ਕਰਮ ਵੀ ਨਹੀਂ ਚੰਗੇ, ਮੇਰਾ ਜਨਮ ਵੀ ਕਿਸੇ ਚੰਗੀ ਕੁੱਲ ਵਿੱਚ ਨਹੀਂ ਹੋਇਆ ਹੈਗਾ। ਵੀ ਇਹ ਮੇਰੇ ਪ੍ਰਾਣਾਂ ਦੇ ਆਸਰੇ ਪਰਮਾਤਮਾ ਜੀ ਮੈਨੂੰ ਕਹਿੰਦੇ ਵਿਸਾਰੋ ਨਾ। ਕਹਿੰਦੇ ਮੈਂ ਤੁਹਾਡਾ ਸੇਵਕ ਹਾਂ, ਕਹਿੰਦੇ ਪਰ ਮੈਨੂੰ ਹਰ ਵਕਤ ਚਿੰਤਾ ਰਹਿੰਦੀ ਆ ਕਿ ਮੇਰਾ ਕੀ ਬਣੂਗਾ, ਪਰ ਤੁਸੀਂ ਨਾ ਮੈਨੂੰ ਵਿਸਾਰਿਓ, ਮੈਂ ਤੁਹਾਡਾ ਸੇਵਕ ਹਾਂ। ਮੇਰੀ ਹਰੋ ਬਿਪਤ ਜਨ ਕਰੋ ਸੁਪਾਈ, ਚਰਨ ਨ ਛਾਡੋ ਸਰੀਰ ਕਲ ਜਾਈ। ਕਹਿੰਦੇ ਮੇਰੀ ਬਿਪਤਾ ਦੂਰ ਕਰੋ, ਕਹਿੰਦੇ ਮੈਨੂੰ ਆਪ ਦੇ ਚਰਨਾਂ 'ਚ ਲਾ ਲਓ। ਕਹਿੰਦੇ ਮੇਰਾ ਪ੍ਰੇਮ ਤੁਹਾਡੇ ਚਰਨਾਂ 'ਚ ਬਣਿਆ ਰਹੇ, ਕਹਿੰਦੇ ਪਰ ਮੈਂ ਤੁਹਾਡੇ ਚਰਨਾਂ ਦੀ ਪ੍ਰੀਤ ਨਹੀਂ ਛੱਡਣੀ, ਚਾਹੇ ਮੇਰਾ ਸਰੀਰ ਖਤਮ ਹੋ ਜਾਏ। ਪਰ ਕਹਿੰਦੇ ਫਿਰ ਅਗਲੀ ਤੁਕ 'ਚ ਕਹਿੰਦੇ ਨੇ, ਕਹਿ ਰਵਿਦਾਸ ਪਰੋਂ ਤੇਰੀ ਸਾਬਾ, ਬੇਗ ਮਿਲੋ ਜਨ ਕਰ ਨਾ ਬਿਲਾਂਬਾ। ਕਹਿੰਦੇ ਮੈਂ ਤਾਂ ਤੁਹਾਡੀ ਭਗਤੀ ਕਰਦਾ, ਤੁਹਾਡੇ ਚਰਨਾਂ ਦੀ ਪਕੜ ਮੈਂ ਲਈ ਆ, ਕਹਿੰਦੇ ਚਰਨਾਂ ਦੀ ਛੋਹ ਲਈ ਆ, ਤੁਹਾਡੀ ਸ਼ਰਨ ਲਈ ਆ। ਕਹਿੰਦੇ ਮੇਰਾ ਸਰੀਰ ਵੀ ਚਲੇ ਜਾਵੇ, ਮੈਂ ਤੁਹਾਡੇ ਚਰਨ ਨਹੀਂ ਛੱਡੂੰਗਾ। ਪਰ ਕਹਿੰਦੇ ਹੇ ਪਰਮੇਸ਼ਰ ਜੀ, ਮੈਂ ਤੁਹਾਡੀ ਸ਼ਰਨ ਆਇਆ, ਹੁਣ ਕਹਿੰਦੇ ਦੇਰ ਨਾ ਕਰੋ, ਕਹਿੰਦੇ ਮੈਨੂੰ ਸ਼ਰਨ ਆਏ ਦੀ ਲਾਜ ਰੱਖ ਲਓ, ਹੁਣ ਮੈਨੂੰ ਹੁਣ ਛੇਤੀ ਮਿਲੋ। ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤਿਹ ਠਾਓ। ਨਾ ਤਸਵੀਸ ਖਿਰਾਜ ਨ ਮਾਲ, ਖੌਫ ਨ ਖਤਾ ਨ ਤਰਸ ਜਵਾਲ। ਫਿਰ ਕਹਿੰਦੇ ਵੀ ਰਵਿਦਾਸ ਹੁਣ ਉਸ ਸ਼ਹਿਰ ਵਿੱਚ ਰਹਿੰਦਾ ਜਿਸ ਸ਼ਹਿਰ ਵਿੱਚ ਕੋਈ ਗਮ ਨਹੀਂ। ਕਹਿ ਸ਼ਹਿਰ ਰਹੇ ਨੇ ਸੰਗਤ ਜੀ, ਇਹ ਮਨ ਦੀ ਅਵਸਥਾ ਦੀ ਗੱਲ ਕਰ ਰਹੇ ਨੇ ਵੀ ਮੈਂ ਹੁਣ ਰਵਿਦਾਸ ਦੇ ਮਨ ਦੀ ਉਹ ਅਵਸਥਾ ਬਣ ਗਈ ਆ ਹਿਰਦੇ ਦੀ, ਜਿੱਥੇ ਉਹ ਰਹਿੰਦਾ ਉੱਥੇ ਕੋਈ ਕਹਿੰਦੇ ਗਮ ਨਹੀਂ ਹੈਗਾ। ਉਹ ਸ਼ਹਿਰ ਆ ਜਿੱਥੇ ਕੋਈ ਗਮ ਨਹੀਂ ਹੈਗਾ, ਜਿੱਥੇ ਕੋਈ ਚਿੰਤਾ ਨਹੀਂ ਹੈਗੀ, ਜਿੱਥੇ ਕੋਈ ਕਹਿੰਦੇ ਕੋਈ ਘਬਰਾਹਟ ਨਹੀਂ ਹੈਗੀ, ਕੋਈ ਕਹਿੰਦੇ
ਲੋਕਾਂ ਦੇ ਕੋਲ ਉੱਥੇ ਅੰਦਰ ਜਾਇਦਾਦ ਨਹੀਂ ਹੈਗੀ ਜਿਹਦੇ ਉੱਪਰ ਕੋਈ ਟੈਕਸ ਦੇਣਾ ਪਵੇ, ਕਰ ਦੇਣਾ ਪਵੇ। ਕਹਿੰਦੇ ਉੱਥੇ ਕੋਈ ਡਰ ਨਹੀਂ ਹੈਗਾ, ਕੋਈ ਕਹਿੰਦੇ ਉੱਥੇ ਗਿਰਾਵਟ ਨਹੀਂ ਹੈਗੀ, ਕੋਈ ਉੱਥੇ ਕਹਿੰਦੇ ਡਰ ਨਹੀਂ ਹੈਗਾ ਕਿ ਕੋਈ ਗਲਤ ਕੰਮ ਕੀਤਾ ਜਾਊਗਾ। ਹੁਣ ਕਹਿੰਦੇ ਵੀ ਰਵਿਦਾਸ ਉਸ ਸ਼ਹਿਰ ਵਿੱਚ ਰਹਿੰਦਾ, ਰਵਿਦਾਸ ਦੇ ਮਨ ਦੀ ਉਹ ਅਵਸਥਾ ਬਣ ਗਈ ਆ। ਅਬ ਮੋਹਿ ਖੂਬ ਬਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਪਾਈ ਰਹਾਓ। ਕਹਿੰਦੇ ਉਹ ਹੁਣ ਸ਼ਹਿਰ ਮੇਰੇ ਅੰਦਰ ਹਿਰਦੇ ਰੂਪੀ, ਕਹਿੰਦੇ ਹੁਣ ਉੱਥੇ ਮਤਲਬ ਰਵਿਦਾਸ ਦੀ ਪਕੜ ਵੱਜ ਗਈ ਆ ਉਸ ਜਗ੍ਹਾ ਦੇ ਵਿੱਚ। ਕਹਿੰਦੇ ਉੱਥੇ ਸਦਾ ਆਨੰਦ ਹੀ ਆਨੰਦ ਹੈ। ਉਹ ਜਗ੍ਹਾ ਕਹਿੰਦੇ ਹਿਰਦੇ ਜੀ ਰਵਿਦਾਸ ਨੇ ਹੁਣ ਪਾ ਲਈ ਆ, ਜਿੱਥੇ ਸਦਾ ਆਨੰਦ ਹੀ ਆਨੰਦ ਹੈ। ਬੜਾ ਕਹਿੰਦੇ ਮਤਲਬ ਉੱਥੇ ਜਿਹੜਾ ਉਹ ਵਤਨ ਆ ਕਹਿੰਦੇ ਹਿਰਦਾ ਰੂਪੀ ਅਵਸਥਾ ਉਹ ਬਹੁਤ ਹੀ ਸੋਹਣੀ ਆ। ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਸੇਮ ਏਕ ਸੋ ਆਹੀ। ਕਹਿੰਦੇ ਉਹ ਜਿਹੜੀ ਅਵਸਥਾ ਹੈ ਅੰਦਰ, ਉਹ ਕਹਿੰਦੇ ਪਾਤਸ਼ਾਹੀਆਂ ਮਾਨਣ ਵਾਲੀ ਆ, ਜਿਹੜੀ ਸਦਾ ਦੀ ਪਾਤਸ਼ਾਹੀ ਰਹਿਣ ਵਾਲੀ ਆ। ਉੱਥੇ ਕਹਿੰਦੇ ਕੋਈ ਦੂਜੇ ਤੀਜੇ ਦਰਜੇ ਦਾ ਸ਼ਹਿਰੀ ਨਹੀਂ ਹੈਗਾ, ਉੱਥੇ ਸਾਰੇ ਇੱਕ ਬਰਾਬਰ ਨੇ। ਮਤਲਬ ਉਹਨਾਂ ਦੇ ਅੰਦਰ ਹਿਰਦੇ ਦੀ ਇਹ ਅਵਸਥਾ ਬਣ ਗਈ ਆ ਕਿ ਉਹ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਨੇ। ਆਬਾ ਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੇ ਮਾਮੂਰ। ਕਹਿੰਦੇ ਉਹ ਸ਼ਹਿਰ ਹੁਣ ਜਿੱਥੇ ਮੈਂ ਰਹਿੰਦਾ, ਕਹਿੰਦੇ ਆਪਣੇ ਮਤਲਬ ਹਿਰਦੇ ਦੇ ਰਹਿਣ ਦੀ ਗੱਲ ਕਰਦੇ ਨੇ, ਹਿਰਦੇ ਦੀ ਅਵਸਥਾ ਦੀ। ਕਹਿੰਦੇ ਉਹ ਬੜੀ ਮਸ਼ਹੂਰ ਜਗ੍ਹਾ, ਕਹਿੰਦੇ ਉਹਦੇ ਬਾਰੇ ਜਿਹੜੇ ਭਗਤ ਜਨ ਨੇ ਉਹਨਾਂ ਨੂੰ ਪਤਾ। ਕਹਿੰਦੇ ਉੱਥੇ ਬੜੇ ਕਹਿੰਦੇ ਧਨਾੜ ਲੋਕ ਰਹਿੰਦੇ ਨੇ। ਉਹ ਧਨਾੜ ਰਹਿੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਮਾਇਆ ਦੀ ਭੁੱਖ ਨਹੀਂ ਰਹੀ ਹੈਗੀ, ਜਿਨ੍ਹਾਂ ਨੂੰ ਕਹਿੰਦੇ ਵਿਕਾਰ ਨਹੀਂ ਪਾਉਂਦੇ ਅਤੇ ਮਾਇਆ ਦੀ ਭੁੱਖ ਨਹੀਂ ਰਹਿੰਦੀ, ਉਸ ਸ਼ਹਿਰ ਵਿੱਚ ਉਹ ਰਹਿੰਦੇ ਨੇ। ਕਹਿੰਦੇ ਬੜਾ ਮਸ਼ਹੂਰ ਸ਼ਹਿਰ ਆ, ਭਗਤਾਂ ਨੂੰ ਉਹਦੇ ਬਾਰੇ ਪਤਾ। ਕਹਿੰਦੇ ਤਿਉਂ ਤਿਉਂ ਸੈਲ ਕਰੈ ਜਿਉਂ ਪਾਵੈ, ਮਹਿਰਮ ਮਹਿਲ ਨ ਕੋ ਅਟਕਾਵੈ। ਕਹਿੰਦੇ ਉੱਥੇ ਮਹਿਲ ਦੇ ਵਿੱਚ ਕਹਿੰਦੇ ਜਿਵੇਂ ਜਿਵੇਂ ਸਾਡੇ ਹਿਰਦੇ ਨੂੰ ਚੰਗਾ ਲੱਗਦਾ, ਹਿਰਦਾ ਉਵੇਂ ਆਨੰਦ ਮਾਣਦਾ। ਉੱਥੇ ਕਹਿੰਦੇ ਸਾਨੂੰ ਕੋਈ ਅਟਕ ਨਹੀਂ ਹੈਗੀ, ਕੋਈ ਆਨੰਦ ਕਰਨ ਤੋਂ ਰੋਕ ਨਹੀਂ ਸਕਦਾ, ਕਿਉਂਕਿ ਜਿਹਦਾ ਮਹਿਲ ਆ ਕਹਿੰਦੇ ਉਹਦੇ ਨਾਲ ਸਾਡੀ ਜਾਣ ਪਹਿਚਾਣ ਆ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਰੀ ਸੋ ਮੀਤ ਹਮਾਰਾ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਰੀ ਸੋ ਮੀਤ ਹਮਾਰਾ। ਫਿਰ ਰਵਿਦਾਸ ਜੀ ਆਪਣੇ ਆਪ ਨੂੰ ਚਮਾਰ ਕਹਿ ਕੇ ਕਹਿ ਰਹੇ ਨੇ। ਕਹਿੰਦੇ ਪੂਰੀ ਮਤਲਬ 16 ਆਨੇ ਸੱਚੀ ਗੱਲ ਕਹਿ ਰਹੇ ਨੇ। ਕਹਿੰਦੇ ਵੀ ਜੋ ਉਸ ਸ਼ਹਿਰ ਦਾ ਵਾਸੀ ਆ ਜਿਹਦੀ ਗੱਲ ਕਰ ਰਹੇ ਨੇ, ਕਹਿੰਦੇ ਉਹੀ ਸਾਡਾ ਮਿੱਤਰ ਆ। ਵੀ ਜਿਹੜਾ ਉਸ ਅਵਸਥਾ 'ਤੇ ਪਹੁੰਚ ਗਿਆ, ਜਿਹੜੀ ਹਿਰਦੇ ਦੀ ਅਵਸਥਾ ਦੀ ਹੁਣ ਭਗਤ ਜੀ ਨੇ ਤਸਵੀਰ ਖਿੱਚੀ ਆ, ਕਹਿੰਦੇ ਉਹੀ ਸਾਡਾ ਮਿੱਤਰ ਆ, ਜਿਹਨੇ ਉਹ ਹਿਰਦੇ ਦੀ ਮਾਨਸਿਕ ਅਵਸਥਾ, ਆਪਣੀ ਪਰਮਾਰਥਿਕ ਅਵਸਥਾ ਕਹਿੰਦੇ ਜਿਹਨੇ ਪ੍ਰਾਪਤ ਕਰ ਲਈ ਆ। ਉੱਥੇ ਵਸਣ ਵਾਲਾ ਸ਼ਹਿਰੀ ਕਹਿੰਦੇ ਉਹ ਮੇਰਾ ਮਿੱਤਰ ਆ, ਜਿਹਨੇ ਹਿਰਦੇ ਦੀ ਉਹ ਉੱਚੀ ਅਵਸਥਾ ਪ੍ਰਾਪਤ ਕਰ ਲਈ ਆ। ਕਿੰਨੀ ਪਿਆਰਾ ਸਮਝਾਇਆ, ਕਿੰਨੀ ਮਤਲਬ ਪਿਆਰੀ ਹਿਰਦੇ ਦੀ ਅਵਸਥਾ ਦੱਸੀ ਆ, ਜਿੱਥੇ ਕਹਿੰਦੇ ਕੋਈ ਗਮ ਨਹੀਂ ਹੈਗਾ, ਜਿੱਥੇ ਕੋਈ ਚਿੰਤਾ ਨਹੀਂ ਹੈਗੀ, ਜਿੱਥੇ ਕੋਈ ਮਾਲ ਜਾਇਦਾਦ ਦੇ ਟੈਕਸਾਂ ਦਾ ਕਹਿੰਦੇ ਕੋਈ ਫਿਕਰ ਨਹੀਂ ਹੈਗਾ, ਜਿੱਥੇ ਸਾਰੇ ਇੱਕ ਬਰਾਬਰ ਦਿਸਦੇ ਨੇ। ਜਿਹੜਾ ਕਹਿੰਦੇ ਬੜਾ ਭਗਤ ਲੋਕਾਂ ਨੂੰ ਇਹਦੇ ਬਾਰੇ ਪਤਾ ਵੀ ਇਹ ਕਿਵੇਂ ਦੀ ਅਵਸਥਾ। ਉੱਥੋਂ ਦਾ ਜਿਹੜਾ ਮਹਿਲ ਦਾ ਕਹਿੰਦੇ ਮਾਲਕ ਆ, ਉਹਦੇ ਨਾਲ ਜਾਣ ਪਹਿਚਾਣ ਹੋ ਗਈ ਆ। ਹੁਣ ਉਸ ਮਹਿਲ ਵਿੱਚ ਕਹਿੰਦੇ ਅਸੀਂ ਜਿਵੇਂ ਮਰਜ਼ੀ ਫਿਰੀਏ ਤੁਰੀਏ, ਜਿਵੇਂ ਮਰਜ਼ੀ ਆਨੰਦ ਮਾਣੀਏ, ਸਾਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਮਹਿਲ ਦੇ ਮਾਲਕ ਨਾਲ ਹੁਣ ਸਾਂਝ ਪੈ ਗਈ ਆ। ਅਤੇ ਜਿਹੜੇ ਕਹਿੰਦੇ ਉਸ ਸ਼ਹਿਰ ਦੇ ਸ਼ਹਿਰੀ ਨੇ, ਉਹੀ ਸਾਡੇ ਕਹਿੰਦੇ ਮਿੱਤਰ ਨੇ।
ਜਿਨ੍ਹਾਂ ਨੇ ਉਹ ਅਵਸਥਾ ਪ੍ਰਾਪਤ ਕਰ ਲਈ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਗੁਰਬਾਣੀ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।